हाँ जी, लास्ट लेक्चर ਦੇ ਵਿੱਚ ਅਸੀਂ ਡਿਸਕਸ ਕਰ ਰਹੇ ਸੀ ਕਿ ਕਾਸਟ ਕਾਸਟ ਸਿਸਟਮ ਦਾ ਕਨਸੈਪਟ, ਸੋਸ਼ੋਲੋਜੀ ਆਫ ਕਾਸਟ। ਠੀਕ ਹੈ, ਡਿਫਰੈਂਟ ਟਾਈਮ ਪੀਰੀਅਡਸ ਦੇ ਵਿੱਚ ਕਾਸਟ ਸਿਸਟਮ ਕਿਸ ਤਰ੍ਹਾਂ ਦਾ ਰਿਹਾ। ਅਸੀਂ ਲਾਸਟ ਲੈਕਚਰ ਦੇ ਵਿੱਚ ਜਿਹੜਾ ਡਿਸਕਸ ਕੀਤਾ ਸੀਗਾ ਏਸ਼ੀਅਨ ਟਾਈਮ ਤੇ ਕਿਸ ਤਰ੍ਹਾਂ ਦਾ ਕਾਸਟ ਸਿਸਟਮ ਦਾ ਕਨਸੈਪਟ ਸੀਗਾ, ਮਿਡੀਵਲ ਏਜ ਦੇ ਵਿੱਚ ਕਿਸ ਤਰ੍ਹਾਂ ਦਾ ਸੀਗਾ, ਤੇ ਮਾਡਰਨ ਟਾਈਮ ਦੇ ਵਿੱਚ ਕਿਸ ਤਰ੍ਹਾਂ ਦਾ ਕਨਸੈਪਟ ਦੇ ਵਿੱਚ ਚੇਂਜਸ ਹੋਏ। ਮਾਡਰਨ ਟਾਈਮ ਦੇ ਵਿੱਚ ਜਿਹੜਾ ਕਾਸਟ ਸਿਸਟਮ ਦਾ ਕਨਸੈਪਟ ਸੀਗਾ ਉਸ ਨੂੰ ਡਿਫਰੈਂਟ ਟੂ ਪਾਰਟਸ ਦੇ ਵਿੱਚ ਡਿਵਾਈਡ ਕੀਤਾ ਗਿਆ। ਕਾਸਟ ਸਿਸਟਮ ਜਿਹੜਾ ਡਿਊਰਿੰਗ ਬ੍ਰਿਟਿਸ਼ ਰੂਲਸ, ਕਾਸਟ ਸਿਸਟਮ ਆਫਟਰ ਇੰਡੀਪੈਂਡੈਂਸ, ਹੈ ਨਾ। ਜਿਹੜਾ ਅਸੀਂ ਕੱਲ ਡਿਸਕਸ ਕੀਤਾ ਸੀਗਾ ਬ੍ਰਿਟਿਸ਼ ਦੇ ਟਾਈਮ ਪੀਰੀਅਡ ਦੇ ਦੌਰਾਨ ਜਿਹੜਾ ਕਾਸਟ ਸਿਸਟਮ ਦਾ ਕਨਸੈਪਟ ਸੀਗਾ ਹੌਲੀ ਹੌਲੀ ਉਸ ਦੇ ਵਿੱਚ ਕਿਵੇਂ ਚੇਂਜਸ ਆਉਣੀਆਂ ਸ਼ੁਰੂ ਹੋਈਆਂ, ਕਿਵੇਂ ਜਿਹੜੇ ਬ੍ਰਿਟਿਸ਼ ਐਡਮਿਨਿਸਟ੍ਰੇਸ਼ਨ ਐਸਟੈਬਲਿਸ਼ ਹੋਣ ਤੋਂ ਬਾਅਦ ਦੇ ਵਿੱਚ ਜੋ ਟ੍ਰੈਡੀਸ਼ਨਲ ਕਨਸੈਪਟ ਸੀਗਾ ਉਹ ਹੌਲੀ ਹੌਲੀ ਉਸ ਦੇ ਵਿੱਚ ਬਹੁਤ ਸਾਰੇ ਚੇਂਜ ਹੋਏ, ਕਿਉਂਕਿ ਜਿਹੜਾ ਬ੍ਰਿਟਿਸ਼ ਐਡਮਿਨਿਸਟ੍ਰੇਸ਼ਨ ਐਸਟੈਬਲਿਸ਼ ਹੋਇਆ ਸੀ ਇੰਡੀਆ ਦੇ ਵਿੱਚ ਉਸ ਦੇ ਅੰਡਰ ਬ੍ਰਿਟਿਸ਼ ਜਿਹੜੀ ਪਾਰਲੀਮੈਂਟ ਸੀ ਉਸਨੇ ਇੰਡੀਆ ਦੇ ਵਿੱਚ ਬਹੁਤ ਸਾਰੇ ਐਕਟ ਪਾਸ ਕੀਤੇ ਸੀ। ਡੈਮੋਕ੍ਰੇਸੀ ਹੌਲੀ ਹੌਲੀ ਸ਼ੁਰੂ ਹੋ ਗਈ ਸੀਗੀ। ਤਾਂ ਇੱਥੇ ਜਿਹੜਾ ਹੈਗਾ ਸਭ ਨੂੰ ਇਕੁਅਲ ਰਾਈਟ ਮਿਲ ਗਏ ਸੀਗੇ। ਕਾਸਟ ਜਾਂ ਰਿਲੀਜਨ ਦੇ ਬੇਸਿਸ ਤੇ ਕਿਸੇ ਨਾਲ ਕੋਈ ਵੀ ਫਰਕ ਨਹੀਂ ਸੀ ਕੀਤਾ ਜਾਂਦਾ। ਹੁਣ ਪ੍ਰੀ ਇੰਡੀਪੈਂਡੈਂਸ ਜਾਂ ਪ੍ਰੀ ਇੰਡੀਪੈਂਡੈਂਸ ਟਾਈਮ ਤੇ ਜਾਂ ਇੰਡਸਟਰੀਅਲ ਪੀਰੀਅਡਸ ਦੇ ਟਾਈਮ ਤੇ ਜਿਹੜਾ ਕਾਸਟ ਸਿਸਟਮ ਦੇ ਵਿੱਚ ਕਿਸ ਤਰ੍ਹਾਂ ਦੇ ਚੇਂਜਸ ਆਏ, ਜਿਹੜਾ ਕਿ 1919 ਤੋਂ 1947 ਤੱਕ ਦਾ ਟਾਈਮ ਅਸੀਂ ਇਹਦੇ ਵਿੱਚ ਕੰਸੀਡਰ ਕਰਦੇ ਹਾਂ। ਇੱਥੇ ਅਸੀਂ ਦੇਖਦੇ ਹਾਂ ਕਿ ਇੰਡਸਟਰੀਲਾਈਜੇਸ਼ਨ ਆਉਣ ਦੇ ਨਾਲ ਕਾਸਟ ਦੇ ਵਿੱਚ ਕੀ ਚੇਂਜ ਹੋਇਆ। ਇੱਥੇ ਜਿਹੜਾ ਆਕੂਪੇਸ਼ਨ ਟ੍ਰੈਡੀਸ਼ਨਲ ਟਾਈਮ ਤੇ ਆਕੂਪੇਸ਼ਨ ਸਿਸਟਮ ਸੀਗਾ ਉਹ ਕਾਸਟ ਬੇਸਡ ਸੀ। ਕਾਸਟ ਦੇ ਬੇਸਿਸ ਤੇ ਹੀ ਆਕੂਪੇਸ਼ਨ ਜਿਹੜਾ ਹੈਗਾ ਕਰਨਾ ਹੁੰਦਾ ਸੀਗਾ। ਕੋਈ ਵੀ ਆਪਣੀ ਕਾਸਟ ਤੋਂ ਬਾਹਰ ਦਾ ਜਿਹੜਾ ਆਕੂਪੇਸ਼ਨ ਹੁੰਦਾ ਸੀ ਉਹ ਨਹੀਂ ਕਰ ਸਕਦਾ ਸੀ। ਜਦੋਂ ਇੰਡਸਟਰੀਲਾਈਜੇਸ਼ਨ ਇੰਡੀਆ ਦੇ ਵਿੱਚ ਸ਼ੁਰੂ ਹੋਈ ਤਾਂ ਇਸ ਦੇ ਨਾਲ ਕੀ ਹੋਇਆ ਕਿ ਡਿਕਲਾਈਨ ਆਫ ਕਾਸਟ ਬੇਸਡ ਆਕੂਪੇਸ਼ਨ ਸਿਸਟਮ, ਕਾਸਟ ਬੇਸਡ ਆਕੂਪੇਸ਼ਨ ਸਿਸਟਮ ਦੇ ਵਿੱਚ ਜਿਹੜਾ ਹੈਗਾ ਡਿਕਲਾਈਨ ਹੋਣਾ ਸ਼ੁਰੂ ਹੋ ਗਿਆ, ਕਮਜ਼ੋਰ ਹੋਣਾ ਸ਼ੁਰੂ ਹੋ ਗਿਆ ਇਹ ਕਨਸੈਪਟ ਸੀ ਜਿਹੜਾ। ਕਿਉਂਕਿ ਇੰਡਸਟਰੀਜ਼ ਦੇ ਵਿੱਚ ਜਦੋਂ ਆਕੂਪੇਸ਼ਨ ਦਿੱਤਾ ਜਾਂਦਾ ਸੀ ਕਿਸੇ ਨੂੰ ਵੀ ਇੰਪਲੋਇਮੈਂਟ ਦਿੱਤੀ ਜਾਂਦੀ ਸੀ ਤਾਂ ਉੱਥੇ ਇਹ ਨਹੀਂ ਦੇਖਿਆ ਜਾਂਦਾ ਸੀ ਕਿ ਇਹ ਕਿਹੜੀ ਕਾਸਟ ਦਾ ਹੈ ਜਾਂ ਕਿਹੜੇ ਰਿਲੀਜਨ ਦਾ। ਜਦੋਂ ਇੰਡਸਟਰੀ ਦੇ ਵਿੱਚ ਕੰਮ ਦਿੱਤਾ ਜਾਂਦਾ ਸੀ, ਚਾਹੇ ਉਹ ਕਿਸੇ ਇੰਪਲਾਈ ਨੂੰ ਦੇਣਾ ਹੋਵੇ ਜਾਂ ਕਿਸੇ ਲੇਬਰਰ ਨੂੰ ਦੇਣਾ ਹੋਵੇ, ਤਾਂ ਉੱਥੇ ਉਹਦੇ ਸਕਿੱਲ ਦੇਖੇ ਜਾਂਦੇ ਸੀ। ਕਾਸਟ ਜਾਂ ਰਿਲੀਜਨ ਦੀ ਥਾਂ ਤੇ ਉਹਦੀ ਸਪੈਸ਼ਲਾਈਜੇਸ਼ਨ ਦੇਖੀ ਜਾਂਦੀ ਸੀ, ਉਹਦੇ ਸਕਿੱਲਸ ਦੇਖੇ ਜਾਂਦੇ ਸੀ, ਉਸ ਦੇ ਬੇਸਿਸ ਤੇ ਉਹਨੂੰ ਕੰਮ ਦਿੱਤਾ ਜਾਂਦਾ ਸੀਗਾ। ਇੱਥੇ ਕੀ ਹੋਇਆ ਇਸ ਦੇ ਨਾਲ ਕਿ ਜੇਕਰ ਕਿਸੇ ਪਰਸਨ ਕੋਲ ਕੋਈ ਵੀ ਕੰਮ ਕਰਨ ਦੀ ਸਪੈਸ਼ਲਾਈਜੇਸ਼ਨ ਹੈਗੀ ਹੈ, ਉਹਦੇ ਕੋਲ ਸਕਿੱਲਸ ਹੈਗੇ ਨੇ, ਤਾਂ ਉਹ ਕਿਸੇ ਵੀ ਇੰਡਸਟਰੀ ਦੇ ਵਿੱਚ ਜਾ ਕੇ ਕੰਮ ਲੈ ਸਕਦਾ ਹੈ। ਇਸ ਤਰ੍ਹਾਂ ਕਾਸਟ ਬੇਸਡ ਆਕੂਪੇਸ਼ਨ ਦਾ ਜਿਹੜਾ ਕਨਸੈਪਟ ਸੀਗਾ ਹੌਲੀ ਹੌਲੀ ਇਹ ਖਤਮ ਹੋਣਾ ਸ਼ੁਰੂ ਹੋ ਗਿਆ। ਤੇ ਇਸ ਤੋਂ ਪਹਿਲਾਂ ਜਿਹੜਾ ਟ੍ਰੈਡੀਸ਼ਨਲ ਕਾਸਟ ਸਿਸਟਮ ਦਾ ਕਨਸੈਪਟ ਸੀਗਾ ਉਸ ਦੇ ਵਿੱਚ ਇੱਕ ਟਰਮ ਵਰਤੀ ਜਾਂਦੀ ਸੀ, ਜਜ਼ਮਾਨੀ ਸਿਸਟਮ। ਜਜ਼ਮਾਨੀ ਸਿਸਟਮ ਦੇ ਨਾਲ ਕੀ ਹੁੰਦਾ ਸੀ, ਇੰਟਰਕਾਸਟ ਰਿਲੇਸ਼ਨਸ਼ਿਪ ਹੁੰਦੇ ਸੀਗੇ। ਇੱਕ ਕਾਸਟ ਤੇ ਦੂਜੀ ਕਾਸਟ ਨਾਲ ਆਕੂਪੇਸ਼ਨ ਬੇਸ ਤੇ ਜਿਹੜੇ ਹੈਗੇ ਨੇ ਇੰਟਰਕਾਸਟ ਰਿਲੇਸ਼ਨ ਹੁੰਦੇ ਸੀਗੇ। ਇੱਕ ਕਾਸਟ ਇੱਕ ਕੰਮ ਕਰਦੇ ਸੀ, ਦੂਜੇ ਕਾਸਟ ਦੇ ਲੋਕ ਦੂਜਾ ਕੰਮ ਕਰਦੇ ਸੀਗੇ, ਤੇ ਫਿਰ ਜੋ ਉਹਨਾਂ ਨੂੰ ਇੱਕ ਦੂਜੇ ਦੀਆਂ ਲੋੜਾਂ ਦੂਜੇ ਤੋਂ ਜਿਹੜੀਆਂ ਸਰਵਿਸਿਜ਼ ਲੈਣੀਆਂ ਹੁੰਦੀਆਂ ਸੀ ਤਾਂ ਉਹ ਉਸ ਦੇ ਬਦਲੇ ਇੱਕ ਦੂਜੇ ਨਾਲ ਸਰਵਿਸ ਜਿਹੜੀ ਹੈਗੀ ਆ ਐਕਸਚੇਂਜ ਕਰ ਲੈਂਦੇ ਸੀ, ਜਾਂ ਫਿਰ ਉਸ ਦੇ ਬਦਲੇ ਉਹ ਆਪਣੀ ਪ੍ਰੋਡਕਸ਼ਨ ਦੇ ਦਿੰਦੇ ਸੀਗੇ। ਇਹ ਜਿਹੜਾ ਜਜ਼ਮਾਨੀ ਸਿਸਟਮ ਦਾ ਕਨਸੈਪਟ ਸੀਗਾ, ਜਦੋਂ ਕਾਸਟ ਬੇਸਡ ਆਕੂਪੇਸ਼ਨ ਖਤਮ ਹੋਣਾ ਸ਼ੁਰੂ ਹੋ ਗਿਆ ਤਾਂ ਉਸ ਦੇ ਨਾਲ ਜਜ਼ਮਾਨੀ ਸਿਸਟਮ ਦਾ ਕਨਸੈਪਟ ਵੀ ਜਿਹੜਾ ਹੈਗਾ ਖਤਮ ਹੋਣਾ ਸ਼ੁਰੂ ਹੋ ਗਿਆ। ਹੁਣ ਜੇ ਅਸੀਂ ਦੇਖੀਏ ਤਾਂ ਸਾਡੇ ਇੰਡੀਅਨ ਸੁਸਾਇਟੀ ਦੇ ਵਿੱਚ, ਇੰਡੀਆ ਦੇ ਵਿੱਚ ਇਹ ਮੈਕਸਿਮਮ ਜਿਹੜਾ ਹੈਗਾ ਖਤਮ ਹੋ ਚੁੱਕਿਆ। ਜਜ਼ਮਾਨੀ ਸਿਸਟਮ ਦਾ ਕਨਸੈਪਟ ਹੁਣ ਨਹੀਂ ਰਿਹਾ, ਜਿਹੜਾ ਕਿ ਟ੍ਰੈਡੀਸ਼ਨਲ ਟਾਈਮ ਤੇ ਜੇ ਅਸੀਂ ਸਾਡੇ ਗ੍ਰੈਂਡ ਪੇਰੈਂਟਸ ਨਾਲ ਗੱਲ ਕਰੀਏ ਜਾਂ ਪੇਰੈਂਟਸ ਨਾਲ ਗੱਲ ਕਰੀਏ, ਕੁਛ ਹੱਦ ਤੱਕ ਉਹਨਾਂ ਦੇ ਟਾਈਮ ਦੇ ਵਿੱਚ ਵੀ ਜਿਹੜਾ ਜਜ਼ਮਾਨੀ ਸਿਸਟਮ ਦਾ ਕਨਸੈਪਟ ਸੀਗਾ, ਪਰ ਹੌਲੀ ਹੌਲੀ ਇਹਦੇ ਵਿੱਚ ਚੇਂਜਸ ਆਉਣੀਆਂ ਸ਼ੁਰੂ ਹੋ ਗਈਆਂ। ਹਾਂਜੀ, ਇਸ ਤੋਂ ਇਲਾਵਾ ਅਰਬਨਾਈਜੇਸ਼ਨ ਦਾ ਕਨਸੈਪਟ ਆਇਆ, ਜਿਸ ਦੇ ਨਾਲ ਕਾਸਟ
ਦਾ ਜਿਹੜਾ ਕੰਸੈਪਟ ਸੀਗਾ ਉਸ ਦੇ ਵਿੱਚ ਚੇਂਜ ਹੋਣੀ ਸ਼ੁਰੂ ਹੋ ਗਏ। ਅਰਬਨਾਈਜੇਸ਼ਨ ਦੇ ਅੰਡਰ ਕੀ ਹੋਇਆ ਕਿ ਜਿਹੜੇ ਟਾਊਨ ਸੀਗੇ ਉਹ ਬਿਗ ਸਿਟੀਜ਼ ਦੇ ਵਿੱਚ ਕਨਵਰਟ ਹੋਣੇ ਸ਼ੁਰੂ ਹੋ ਗਏ ਤੇ ਇਸ ਦੇ ਨਾਲ ਅਰਬਨ ਏਰੀਆ ਸੀ ਜਿਹੜਾ ਉਹ ਡਿਵੈਲਪ ਹੋਣਾ ਸ਼ੁਰੂ ਹੋ ਗਿਆ। ਹੁਣ ਅਰਬਨ ਏਰੀਆਜ਼ ਦੇ ਵਿੱਚ ਇੰਡਸਟਰੀਜ਼ ਹੁੰਦੀਆਂ ਸੀਗੀਆਂ, ਉੱਥੇ ਲੋਕ ਜਿਹੜੇ ਹੈਗੇ ਨੇ ਮੂਵ ਕਰਦੇ ਸੀਗੇ ਰੂਰਲ ਏਰੀਆ ਤੋਂ, ਤਾਂ ਕਿ ਉਹਨਾਂ ਨੂੰ ਆਕੂਪੇਸ਼ਨ ਮਿਲ ਸਕੇ, ਇੰਪਲੋਇਮੈਂਟ ਮਿਲ ਸਕੇ, ਕਿਉਂਕਿ ਜਿਹੜਾ ਜਿੱਥੇ ਉਹ ਰਹਿ ਰਹੇ ਹੁੰਦੇ ਸੀ ਰੂਰਲ ਏਰੀਆਜ਼ ਦੇ ਵਿੱਚ ਰਹਿ ਰਹੇ ਹੁੰਦੇ ਸੀ ਜਾਂ ਵਿਲੇजेस ਦੇ ਵਿੱਚ ਰਹਿ ਰਹੇ ਹੁੰਦੇ ਸੀ, ਤਾਂ ਪਿੰਡਾਂ ਦੇ ਵਿੱਚ ਕੀ ਹੁੰਦਾ ਸੀ ਕਿ ਇਸ ਤਰ੍ਹਾਂ ਦੀ ਓਪਰਚੁਨਿਟੀਜ਼ ਨਹੀਂ ਹੁੰਦੀਆਂ ਸੀ ਕਿ ਉਹਨਾਂ ਨੂੰ ਕੰਮ ਜ਼ਿਆਦਾ ਮਿਲ ਸਕੇ। ਤਾਂ ਇਸ ਦੇ ਨਾਲ ਵੀ ਜਿਹੜੇ ਹੈਗੇ ਨੇ ਲੋਕ ਮਾਈਗ੍ਰੇਟ ਹੋਣਾ ਸ਼ੁਰੂ ਹੋਏ ਅਰਬਨ ਏਰੀਆਜ਼ ਦੇ ਵੱਲ, ਤੇ ਇਸ ਤੋਂ ਇਲਾਵਾ ਐਜੂਕੇਸ਼ਨ ਲੈਣ ਲਈ ਲੋਕ ਜਿਹੜੇ ਹੈਗੇ ਨੇ ਅਰਬਨ ਏਰੀਆਜ਼ ਦੇ ਵੱਲ ਮਾਈਗ੍ਰੇਟ ਹੋਣਾ ਸ਼ੁਰੂ ਹੋ ਗਏ, ਜਿਸ ਦੇ ਨਾਲ ਕੀ ਹੋਇਆ ਕਿ ਕਾਸਟ ਸਿਸਟਮ ਦਾ ਜਿਹੜਾ ਕੰਸੈਪਟ ਸੀਗਾ, ਇੱਕ ਸਟਰਕਚਰ ਜਿਹੜਾ ਡਿਵੈਲਪ ਕੀਤਾ ਗਿਆ ਸੀ ਟ੍ਰੈਡੀਸ਼ਨਲ ਟਾਈਮ ਤੇ, ਕਿ ਇੱਕ ਸਪੈਸੀਫਿਕ ਡਾਇਰੈਕਸ਼ਨ ਦੇ ਵਿੱਚ ਸਪੈਸੀਫਿਕ ਕਾਸਟ ਦੇ ਲੋਕ ਜਿਹੜੇ ਹੈਗੇ ਨੇ ਰਹਿਣਗੇ, ਦੂਜੇ ਡਾਇਰੈਕਸ਼ਨ ਦੇ ਵਿੱਚ ਦੂਜੀ ਕਾਸਟ ਦੇ ਲੋਕ ਰਹਿਣਗੇ। ਇਹ ਨਹੀਂ ਹੋਏਗਾ ਕਿ ਇੱਕ ਕਾਸਟ ਦੇ ਲੋਕਾਂ ਪਹਿਲਾਂ ਇੱਕ ਕਾਸਟ ਦੇ ਲੋਕ ਦਾ ਘਰ ਹੈਗਾ ਫਿਰ ਦੂਜੀ ਕਾਸਟ ਦੇ ਲੋਕ ਦਾ ਘਰ ਹੈਗਾ, ਇਸ ਤਰ੍ਹਾਂ ਦਾ ਰੂਰਲ ਏਰੀਆਜ਼ ਦੇ ਵਿੱਚ ਨਹੀਂ ਦੇਖਣ ਨੂੰ ਮਿਲਦਾ। ਤੇ ਪਰ ਇਹ ਜਿਹੜਾ ਇਹ ਕੰਸੈਪਟ ਸੀਗਾ ਇਹ ਅਰਬਨ ਏਰੀਆ ਡਿਵੈਲਪ ਹੋਣ ਦੇ ਨਾਲ ਇਹ ਖਤਮ ਹੋ ਗਿਆ। ਹੁਣ ਅਰਬਨ ਏਰੀਆਜ਼ ਦੇ ਵਿੱਚ ਕੋਈ ਕਿਤੇ ਕਿਸੇ ਵੀ ਕਾਸਟ ਦੇ ਜਿਹੜੇ ਲੋਕ ਰਹਿੰਦੇ ਆ ਅਸੀਂ ਆਮ ਦੇਖਦੇ ਹਾਂ, ਤੇ ਇਸ ਦੇ ਨਾਲ ਕੀ ਹੋਇਆ ਕਿ ਜਿਹੜਾ ਕਾਸਟ ਸਿਸਟਮ ਦਾ ਇੱਕ ਕੰਸੈਪਟ ਸੀਗਾ ਹੌਲੀ ਹੌਲੀ ਅਰਬਨਾਈਜੇਸ਼ਨ ਆਉਣ ਦੇ ਨਾਲ ਵੀ ਜਿਹੜਾ ਹੈਗਾ ਬਦਲਣਾ ਸ਼ੁਰੂ ਹੋ ਗਿਆ। ਲੋਕਾਂ ਦੀ ਜਿਹੜੀ ਥਿੰਕਿੰਗ ਸੀ ਪਹਿਲਾਂ ਉਹ ਚੇਂਜ ਹੋਣੀ ਸ਼ੁਰੂ ਹੋ ਗਈ। ਇਸ ਤੋਂ ਇਲਾਵਾ ਫਰੀडम ਮੂਵਮੈਂਟਸ ਜਿਹੜੀਆਂ ਸੀਗੀਆਂ ਉਹਨਾਂ ਦਾ ਵੀ ਜਿਹੜਾ ਹੈਗਾ ਇੰਪੈਕਟ ਪਿਆ, ਕਿਉਂਕਿ ਜਿੰਨੀਆਂ ਵੀ ਫਰੀडम ਮੂਵਮੈਂਟਸ ਇੰਡੀਆ ਦੇ ਵਿੱਚ ਸ਼ੁਰੂ ਹੋਈਆਂ, ਨੈਸ਼ਨਲਿਸਟ ਨੇ ਜਿਹੜੀਆਂ ਮੂਵਮੈਂਟ ਸ਼ੁਰੂ ਕੀਤੀਆਂ ਇੰਡੀਆ ਨੂੰ ਫਰੀ ਕਰਾਉਣ ਦੇ ਲਈ, ਬ੍ਰਿਟਿਸ਼ ਤੋਂ ਫਰੀडम ਲੈਣ ਦੇ ਲਈ, ਇੰਡੀਪੈਂਡੈਂਸ ਲੈਣ ਦੇ ਲਈ ਬਹੁਤ ਸਾਰੇ ਨੈਸ਼ਨਲਿਸਟ ਮੂਵਮੈਂਟ ਸ਼ੁਰੂ ਹੋਈਆਂ, ਜਿਸ ਦੇ ਵਿੱਚੋਂ ਮੇਨ ਜਿਹੜੀ ਇਹ ਮੂਵਮੈਂਟ ਸੀ ਨੈਸ਼ਨਲ ਕਾਂਗਰਸ ਪਾਰਟੀ ਨੇ ਜਿਹੜੀ ਆਪਣੀ ਮੂਵਮੈਂਟ ਸ਼ੁਰੂ ਕੀਤੀ ਸੀ, ਨੈਸ਼ਨਲ ਮੂਵਮੈਂਟ ਸੀ। ਇਸ ਤੋਂ ਇਲਾਵਾ ਮੁਸਲਿਮ ਲੀਗ ਨੇ ਵੀ ਆਪਣੀ ਇੱਕ ਨੈਸ਼ਨਲ ਪਾਰਟੀ ਬਣਾਈ ਸੀਗੀ ਤੇ ਨੈਸ਼ਨਲ ਫਰੀडम ਲੈਣ ਦੇ ਲਈ ਮੂਵਮੈਂਟ ਸ਼ੁਰੂ ਕੀਤੀਆਂ ਸੀਗੀਆਂ। ਜਿਹੜੀਆਂ ਇਹ ਮੂਵਮੈਂਟ ਸੀਗੀਆਂ ਜਿਹਦੇ ਵਿੱਚੋਂ ਨੈਸ਼ਨਲ ਕਾਂਗਰਸ ਦੇ ਜਿਹੜੇ ਲੀਡਰ ਸੀਗੇ ਮਹਾਤਮਾ ਗਾਂਧੀ, ਤੇ ਇਸ ਤੋਂ ਇਲਾਵਾ ਜਿਹੜੇ ਮੁਸਲਿਮ ਲੀਗ ਸੀਗੇ ਐਮ ਸ਼ਨਾਹ ਅਲੀ, ਆਈ ਥਿੰਕ ਮੈਨੂੰ ਐਗਜ਼ੈਕਟ ਸ਼ਾਇਦ ਮੇਰੇ ਨਾਂ ਦੇ ਵਿੱਚ ਥੋੜੀ ਮਿਸਟੇਕ ਹੋ ਸਕਦੀ ਹੈ, ਕੋਈ ਮੁਸਲਿਮ ਲੀਗ ਦੇ ਜਿਹੜੇ ਲੀਡਰ ਸੀਗੇ ਉਹ ਅਲੀ ਸੀਗੇ, ਮੁਹੰਮਦ ਜਨਾਹ ਅਲੀ ਸਮਥਿੰਗ ਕੁਛ ਇਸ ਤਰ੍ਹਾਂ ਦਾ ਨਾਂ ਸੀ ਉਹਨਾਂ ਦਾ, ਠੀਕ ਆ। ਉਹਨਾਂ ਨੇ ਜਿਹੜੀ ਇਹ ਮੂਵਮੈਂਟ ਸ਼ੁਰੂ ਕੀਤੀਆਂ ਸੀਗੀਆਂ, ਇਸ ਮੂਵਮੈਂਟ ਦੇ ਵਿੱਚ ਜਿਹੜੇ ਲੋਕ ਪਾਰਟਿਸਿਪੇਟ ਕਰਦੇ ਸੀਗੇ ਤਾਂ ਇਹਦੇ ਵਿੱਚ ਕੋਈ ਕੰਡੀਸ਼ਨ ਨਹੀਂ ਰੱਖੀਆਂ ਗਈਆਂ ਸੀ ਕਿ ਇਸ ਕਾਸਟ ਦੇ ਲੋਕ ਇਹਦੇ ਵਿੱਚ ਆ ਸਕਦੇ ਨੇ ਜਾਂ ਇਸ ਕਾਸਟ ਦੇ ਲੋਕ ਇਹਦੇ ਵਿੱਚ ਨਹੀਂ ਆ ਸਕਦੇ। ਹਰ ਕਾਸਟ ਰਿਲੀਜਨ ਦੇ ਲੋਕ ਜਿਹੜੇ ਹੈਗੇ ਨੇ ਮੈਂਬਰ ਬਣ ਸਕਦੇ ਸੀ ਕਿਸੇ ਵੀ ਨੈਸ਼ਨਲ ਪਾਰਟੀ ਦਾ, ਚਾਹੇ ਉਹ ਨੈਸ਼ਨਲ ਕਾਂਗਰਸ ਪਾਰਟੀ ਸੀ ਚਾਹੇ ਉਹ ਮੁਸਲਿਮ ਲੀਗ ਸੀ, ਜਾਂ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਜਿਹੜੀਆਂ ਛੋਟੀਆਂ ਮੋਟੀਆਂ ਜਿਹੜੀਆਂ ਪੋਲੀਟੀਕਲ ਪਾਰਟੀਜ਼ ਸ਼ੁਰੂ ਹੋ ਰਹੀਆਂ ਸੀਗੀਆਂ। ਤੇ ਮੇਨ ਜਿਹੜੀਆਂ ਦੋ ਪੋਲੀਟੀਕਲ ਪਾਰਟੀ ਸੀਗੀਆਂ ਨੈਸ਼ਨਲ ਕਾਂਗਰਸ ਤੇ ਮੁਸਲਿਮ ਲੀਗ। ਇਸ ਦੇ ਨਾਲ ਕੀ ਹੋਇਆ ਕਿ ਜਿਹੜੇ ਇਹ ਨਹੀਂ ਸੀਗਾ ਕਿ ਨੈਸ਼ਨਲ ਕਾਂਗਰਸ ਦੇ ਵਿੱਚ ਹਿੰਦੂ ਹੀ ਜਾਣਗੇ ਜਾਂ ਮੁਸਲਿਮ ਲੀਗ ਦੇ ਵਿੱਚ ਸਿਰਫ ਮੁਸਲਿਮ ਹੀ ਜਾਣਗੇ, ਉੱਥੇ ਬਿਨਾਂ ਕਿਸੇ ਕਾਸਟ ਜਾਂ ਰਿਲੀਜਨ ਤੋਂ ਲੋਕ ਮੈਂਬਰ ਬਣ ਸਕਦੇ ਸੀਗੇ। ਇਹ ਨਾ ਮੂਵਮੈਂਟਸ ਦਾ ਵੀ ਇੰਪੈਕਟ ਇਹ ਪਿਆ ਕਿ ਜੋ ਟ੍ਰੈਡੀਸ਼ਨਲ ਟਾਈਮ ਤੇ ਕਾਸਟ ਸਿਸਟਮ ਦਾ ਕੰਸੈਪਟ ਸੀਗਾ ਹੌਲੀ ਹੌਲੀ ਉਹ ਵੀਕ ਹੋਣਾ ਸ਼ੁਰੂ ਹੋ ਗਿਆ। ਫਿਰ ਇਸ ਤੋਂ ਇਲਾਵਾ ਆਫਟਰ ਇੰਡੀਪੈਂਡੈਂਸ ਕਾਸਟ ਸਿਸਟਮ ਦੇ ਵਿੱਚ ਜਿਹੜੇ ਕਾਫੀ ਸਾਰੀਆਂ ਚੇਂਜਸ ਹੋਈਆਂ, ਟ੍ਰੈਡੀਸ਼ਨਲ ਫੀਚਰਸ ਸੀ ਜਿਹੜੀਆਂ ਕਾਸਟ ਸਿਸਟਮ ਦੀਆਂ ਉਹ ਖਤਮ ਹੋ ਗਈਆਂ, ਤੇ ਉਸ ਦੀ ਥਾਂ ਤੇ ਜਿਹੜੀਆਂ ਕਾਸਟ ਸਿਸਟਮ ਦੇ ਜਿਹੜਾ ਰੋਲ ਸੀਗਾ ਉਹਦੀ ਫੰਕਸ਼ਨਿੰਗ ਸੀਗੀ ਉਹਦੇ ਵਿੱਚ ਵੀ ਚੇਂਜ ਆ ਗਈ। ਹੁਣ ਅਸੀਂ ਇਹ ਦੇਖਦੇ ਹਾਂ ਕਿ ਟ੍ਰੈਡੀਸ਼ਨਲ ਕਾਸਟ ਸਿਸਟਮ ਦੇ ਜਿਹੜੀਆਂ ਫੀਚਰਸ ਸੀਗੀਆਂ ਉਹਦੇ ਵਿੱਚ ਕੀ ਚੇਂਜਸ ਹੋਇਆ ਆਫਟਰ ਇੰਡੀਪੈਂਡੈਂਸ। ਮਾਡਰਨ ਟਾਈਮ ਦੇ ਵਿੱਚ ਕਾਸਟ ਸਿਸਟਮ ਦੀਆਂ ਫੀਚਰਸ ਦੇ ਵਿੱਚ ਕੀ ਚੇਂਜ ਹੋਇਆ। ਹੁਣ ਇੱਥੇ ਅਸੀਂ ਦੇਖਦੇ ਹਾਂ ਕਿ ਜਿਹੜੇ ਟ੍ਰੈਡੀਸ਼ਨਲ ਟਾਈਮ ਤੇ ਕਾਸਟ ਸਿਸਟਮ ਦਾ ਕੰਸੈਪਟ ਸੀਗਾ ਉੱਥੇ ਬਹੁਤ ਸਾਰੀਆਂ ਰਿਸਟ੍ਰਿਕਸ਼ਨਸ ਲੱਗੀਆਂ ਹੋਈਆਂ ਸੀਗੀਆਂ, ਜਿਵੇਂ ਕਿ ਰਿਸਟ੍ਰਿਕਸ਼ਨਸ ਰਿਗਾਰਡਿੰਗ ਫੂਡ ਨੂੰ ਲੈ ਕੇ ਜਿਹੜੀਆਂ ਰਿਸਟ੍ਰਿਕਸ਼ਨ ਸੀਗੀਆਂ ਕਿ ਉਹ ਕੱਚਾ ਫੂਡ ਤੇ ਪੱਕਾ ਫੂਡ ਦਾ ਕੰਸੈਪਟ ਸੀਗਾ, ਕੌਣ ਕਿਸ ਦੇ ਘਰ ਦਾ ਕੱਚਾ ਫੂਡ ਜਾਂ ਪੱਕਾ ਫੂਡ ਲੈ ਸਕਦਾ। ਪਰ ਹੁਣ ਇਸ ਤਰ੍ਹਾਂ ਦੀ ਕੋਈ ਵੀ ਇਸ ਤਰ੍ਹਾਂ ਦਾ ਕੰਸੈਪਟ ਨਹੀਂ ਰਹਿ ਗਿਆ। ਹੁਣ ਜੇ ਅਸੀਂ ਦੇਖੀਏ ਤਾਂ
ਜੇ ਅਸੀਂ ਕਿਤੇ ਬਾਹਰ ਜਾ ਰਹੇ ਹਾਂ ਘਰ ਤੋਂ, ਕਿਸੇ ਰੈਸਟੋਰੈਂਟ 'ਚ ਜਾ ਰਹੇ ਹਾਂ, ਕਿਤੇ ਕਿਸੇ ਫੰਕਸ਼ਨ 'ਚ ਜਾ ਰਹੇ ਹਾਂ ਜਾਂ ਕਿਤੇ ਵੀ ਬਾਹਰ ਹੈਗੇ ਹਾਂ, ਤਾਂ ਅਸੀਂ ਉੱਥੇ ਹਰ ਥਾਂ ਤੇ ਆਪਣੇ ਨਾਲ ਕੈਰੀ ਨਹੀਂ ਕਰਕੇ ਲਿਜਾ ਸਕਦੇ ਫੂਡ। ਸਾਨੂੰ ਸਮ ਟਾਈਮ ਬਾਹਰ ਵੀ ਜਿਹੜਾ ਹੈਗਾ ਖਾਣਾ ਖਾਣਾ ਪੈਂਦਾ ਹੈ। ਤਾਂ ਉੱਥੇ ਇਹ ਕੋਈ ਕੋਈ ਨਹੀਂ ਪੁੱਛਦਾ, ਚਾਹੇ ਉਹ ਬ੍ਰਾਹਮਣ ਕਾਸਟ ਦੇ ਲੋਕ ਹੈਗੇ ਨੇ ਜਾਂ ਕਿਸੇ ਵੀ ਕਾਸਟ ਦੇ ਲੋਕ ਹੈਗੇ ਨੇ, ਕਿ ਇਹ ਖਾਣਾ ਕਿਸ ਨੇ ਬਣਾਇਆ। ਠੀਕ ਹੈ, ਇਹ ਚੇਂਜ ਟ੍ਰੈਡੀਸ਼ਨਲ ਕਾਸਟ ਸਿਸਟਮ ਦਾ ਜਿਹੜਾ ਕੰਸੈਪਟ ਸੀਗਾ ਉਸ ਦੇ ਵਿੱਚ ਇਹ ਚੇਂਜ ਆਇਆ ਕਿ ਹੁਣ ਕੋਈ ਖਾਣਾ ਬਣਾ ਰਿਹਾ ਹੈ, ਕਿਸੇ ਦੇ ਬਣਾਇਆ ਖਾਣਾ ਕਿਹੜੀ ਵੀ ਕਾਸਟ ਦੇ ਲੋਕ ਖਾ ਸਕਦੇ ਨੇ ਬਿਨਾਂ ਕਿਸੇ ਤਰ੍ਹਾਂ ਦੀ ਜਿਹੜੀ ਹੈਗੀ ਆ ਕੰਡੀਸ਼ਨ ਜਿਹੜੀ ਹੈਗੀ ਆ ਲਾਗੂ ਕੀਤੀ। ਇਸ ਤਰ੍ਹਾਂ ਹੀ ਮੇਜਰ ਚੇਂਜ ਹੋਈ ਕਿਉਂਕਿ ਇਹ ਇੱਕ ਮੇਨ ਫੀਚਰ ਦੇ ਵਿੱਚੋਂ ਫੀਚਰ ਸੀਗੀ ਫੂਡ ਦੇ ਰਿਗਾਰਡਿੰਗ ਰਿਸਟ੍ਰਿਕਸ਼ਨਸ। ਇਸ ਤੋਂ ਇਲਾਵਾ ਕਾਸਟ ਸਿਸਟਮ ਦੇ ਵਿੱਚ ਜਿਹੜਾ ਸੈਕਿੰਡ ਫੀਚਰ ਦੇ ਵਿੱਚ ਚੇਂਜ ਆਈ, ਆਕੂਪੇਸ਼ਨਲ ਜਿਹੜਾ ਹੈਗਾ ਕਾਸਟ ਬੇਸ ਤੇ ਆਕੂਪੇਸ਼ਨ ਲੈਣ ਦੀ ਜਿਹੜੀ ਆਪਸ਼ਨ ਹੁੰਦੀ ਸੀ, ਕਾਸਟ ਤੋਂ ਬਾਹਰ ਆਕੂਪੇਸ਼ਨ ਨਹੀਂ ਸੀ ਲੈ ਸਕਦੇ। ਇਹ ਵੀ ਚੇਂਜ ਹੋਇਆ ਕਿਉਂਕਿ ਹੁਣ ਜਿਹੜਾ ਹੈਗਾ ਕੋਈ ਵੀ ਆਕੂਪੇਸ਼ਨ ਹੈਰੀਡੇਟਰੀ ਨਹੀਂ ਚੱਲਦੇ। ਹੁਣ ਜੇਕਰ ਕੋਈ ਕਿਸੇ ਪੋਜੀਸ਼ਨ ਤੇ ਹੈਗਾ, ਕਿਸੇ ਰੈਂਕ ਤੇ ਹੈਗਾ, ਤਾਂ ਇਹ ਕੋਈ ਜ਼ਰੂਰੀ ਨਹੀਂ ਹੈਗਾ ਕਿ ਉਸ ਨੂੰ ਹੈਰੀਡੇਟਰੀ ਜਿਹੜੀ ਹੈਗੀ ਹੈ ਸਾਰਾ ਫਾਦਰ ਤੋਂ ਬਾਅਦ ਉਸਦੇ ਜਿਹੜਾ ਸਨ ਹੈਗਾ ਜਾਂ ਡਾਟਰ ਹੈਗੀ ਆ ਉਸਨੂੰ ਜੋ ਰੈਂਕ ਜਾਂ ਪੋਜੀਸ਼ਨ ਹੈਗੀ ਉਸਨੂੰ ਮਿਲ ਜਾਏ। ਹੁਣ ਕੁਆਲੀਫਿਕੇਸ਼ਨ ਦੇ ਬੇਸਿਸ ਤੇ, ਸਕਿੱਲਸ ਦੇ ਬੇਸਿਸ ਤੇ, ਸਪੈਸ਼ਲਾਈਜੇਸ਼ਨ ਬੇਸਿਸ ਤੇ ਜਿਹੜਾ ਹੈਗਾ ਕਿਸੇ ਪਰਸਨ ਨੂੰ ਜਿਹੜੀ ਹੈਗੀ ਆ ਕਿਸੇ ਵੀ ਤਰ੍ਹਾਂ ਦੀ ਇੰਪਲੋਇਮੈਂਟ ਜਾਂ ਆਕੂਪੇਸ਼ਨ ਮਿਲਦਾ। ਇਹ ਨਹੀਂ ਹੈਗਾ ਕਿ ਜੇਕਰ ਫਾਦਰ ਸੀਗਾ, ਫਾਦਰ ਤੋਂ ਬਾਅਦ ਦੇ ਵਿੱਚ ਨੈਕਸਟ ਜਨਰੇਸ਼ਨ ਦੇ ਵਿੱਚ ਜਿਹੜੀ ਹੈਗੀ ਆ ਉਹ ਆਕੂਪੇਸ਼ਨ ਦੀ ਪਰਮਿਸ਼ਨ ਮਿਲ ਜਾਂਦੀ ਹੈ ਜਾਂ ਉਹ ਆਕੂਪੇਸ਼ਨ ਕਰਦੇ ਆ। ਸਮਟਾਈਮ ਅਸੀਂ ਇਹ ਵੀ ਦੇਖਦੇ ਹਾਂ ਸੋਸਾਇਟੀ ਦੇ ਵਿੱਚ ਜਿਹੜੀ ਲਾਸਟ ਜਨਰੇਸ਼ਨ ਸੀਗੀ ਉਹ ਉਹਨਾਂ ਦਾ ਆਪਣਾ ਕੋਈ ਸਪੈਸ਼ਲ ਜਿਹੜਾ ਹੈਗਾ ਕਿਸੇ ਵੀ ਕੋਈ ਬਿਜ਼ਨਸ ਸੀਗਾ, ਕੋਈ ਆਕੂਪੇਸ਼ਨ ਸੀਗਾ ਨਾ। ਹੁਣ ਜਿਹੜੀ ਨੈਕਸਟ ਜਨਰੇਸ਼ਨ ਆਈ ਉਹਨਾਂ ਨੇ ਐਜੂਕੇਸ਼ਨ ਲੈਣ ਤੋਂ ਬਾਅਦ 'ਚ ਉਹ ਕਿਸੇ ਹੋਰ ਫੀਲਡ ਦੇ ਵਿੱਚ ਜਾਣਾ ਚਾਹੁੰਦੇ ਨੇ। ਤਾਂ ਇਸ ਦੇ ਨਾਲ ਕੀ ਹੈ ਕਿ ਹੈਰੀਡੇਟਰੀ ਜਿਹੜਾ ਆਕੂਪੇਸ਼ਨ ਦਾ ਕੰਸੈਪਟ ਸੀਗਾ ਉਹ ਹੁਣ ਟੋਟਲੀ ਚੇਂਜ ਹੋ ਗਿਆ। ਇਸ ਤੋਂ ਇਲਾਵਾ ਜਿਹੜਾ ਮੈਰਿਜ ਸਿਸਟਮ ਦਾ ਕੰਸੈਪਟ ਸੀਗਾ ਉਹਦੇ ਵਿੱਚ ਵੀ ਚੇਂਜ ਹੋ ਗਈਆਂ ਨੇਗੀਆਂ। ਟ੍ਰੈਡੀਸ਼ਨਲ ਟਾਈਮ ਤੇ ਐਕਸੋਗੇਮੀ ਤੇ ਐਂਡੋਗੇਮਿਸ ਮੈਰਿਜ ਨੂੰ ਜਿਹੜੇ ਹੈਗਾ ਪ੍ਰੈਫਰੈਂਸ ਦਿੱਤੀ ਜਾਂਦੀ ਸੀ। ਇਸ ਤੋਂ ਇਲਾਵਾ ਮੈਰਿਜ ਦੇ ਕੰਸੈਪਟ ਦੇ ਵਿੱਚ ਵੀ ਅਸੀਂ ਦੇਖੀਏ ਮੋਨੋਗੈਮੀ, ਪੋਲੋਗੈਮੀ, ਪੋਲੋਐਂਡਰੀ, ਹੈ ਨਾ, ਡਿਫਰੈਂਟ ਟਾਈਪ ਆਫ ਮੈਰਿਜ ਦੇ ਜਿਹੜੇ ਹੈਗੇ ਨੇ ਅਸੀਂ ਜੋ ਟ੍ਰੈਡੀਸ਼ਨਲ ਡਾਕੂਮੈਂਟ ਸਾਡੇ ਕੋਲ, ਹਿਸਟੋਰੀਕਲ ਡਾਕੂਮੈਂਟ ਸਾਡੇ ਕੋਲ ਮਿਲਦੇ ਆ, ਉਹਨਾਂ ਦੇ ਵਿੱਚ ਸਾਨੂੰ ਇਹ ਸਮਝ ਆਉਂਦੀ ਹੈ ਕਿ ਕਿੰਨੀ ਤਰ੍ਹਾਂ ਦੀ ਜਿਹੜੀ ਮੈਰਿਜ ਕੀਤੀ ਜਾਂਦੀ ਸੀ। ਹੁਣ ਇੱਕ ਜਿਹੜਾ ਹੈਗਾ ਸਾਨੂੰ ਕੌਨਸਟੀਟਿਊਸ਼ਨ ਵੱਲੋਂ ਪਰਮਿਸ਼ਨ ਸਿਰਫ ਮੋਨੋਗੈਮੀ ਮੈਰਿਜ ਨੂੰ ਮਿਲੀ ਗਈ ਹੈ, ਜਿੱਥੇ ਇੱਕ ਮੇਲ ਤੇ ਇੱਕ ਫੀਮੇਲ ਦੀ ਮੈਰਿਜ ਹੁੰਦੀ ਹੈ। ਟ੍ਰੈਡੀਸ਼ਨਲ ਟਾਈਮ ਤੇ ਇੱਕ ਮੇਲ ਦੀ ਜ਼ਿਆਦਾ ਫੀਮੇਲ ਨਾਲ ਮੈਰਿਜ, ਇੱਕ ਫੀਮੇਲ ਦੀ ਜ਼ਿਆਦਾ ਮੇਲ ਨਾਲ ਮੈਰਿਜ ਦਾ ਕੰਸੈਪਟ ਅਸੀਂ ਦੇਖਦੇ ਸੀਗੇ, ਪਰ ਇਹ ਹੁਣ ਟੋਟਲੀ ਖਤਮ ਹੋ ਗਿਆ। ਕੁਛ ਸਪੈਸ਼ਲ ਕੰਡੀਸ਼ਨਸ ਨੇਗੀਆਂ ਜਿੱਥੇ ਇਸ ਤਰ੍ਹਾਂ ਦੀ ਮੈਰਿਜ ਕਰਨ ਦੀ ਪਰਮਿਸ਼ਨ ਦਿੱਤੀ ਗਈ ਹੈ। ਆਮ ਪਬਲਿਕ ਨੂੰ ਇਸ ਤਰ੍ਹਾਂ ਦੀ ਮੈਰਿਜ ਕਰਨ ਦੀ ਪਰਮਿਸ਼ਨ ਨਹੀਂ ਮਿਲੀ। ਤੇ ਇਸ ਤੋਂ ਇਲਾਵਾ ਕੋਈ ਇਹ ਵੀ ਕੰਡੀਸ਼ਨ ਨਹੀਂ ਲਾਗੂ ਹੁੰਦੀ ਕਿ ਆਪਣੀ ਹੀ ਕਾਸਟ ਦੇ ਵਿੱਚ ਮੈਰਿਜ ਕਰਵਾਉਣੀ ਹੈ। ਪਰ ਫਿਰ ਵੀ ਜੇ ਅਸੀਂ ਦੇਖੀਏ ਤਾਂ ਸਾਡੀ ਸੁਸਾਇਟੀ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਹੈਗਾ ਫੋਲੋ ਕੀਤਾ ਜਾਂਦਾ ਕਿ ਮੈਕਸਿਮਮ ਜਿਹੜਾ ਹੈਗਾ ਆਪਣੀ ਹੀ ਕਾਸਟ ਦੇ ਵਿੱਚ ਮੈਰਿਜ ਕਰਾਉਣ ਨੂੰ ਪ੍ਰੈਫਰੈਂਸ ਦਿੰਦੇ ਨੇ। ਪਰ ਸਮ ਟਾਈਮ ਇੰਟਰਕਾਸਟ ਮੈਰਿਜਸ ਜਿਹੜੀਆਂ ਹੈਗੀਆਂ ਨੇ ਉਹ ਵੀ ਹੋ ਰਹੀਆਂ ਨੇ, ਉਸ ਨੂੰ ਵੀ ਕੋਈ ਰੋਕ ਨਹੀਂ ਸਕਦਾ ਕਿਉਂਕਿ ਕੌਨਸਟੀਟਿਊਸ਼ਨ ਵੱਲੋਂ ਸਾਨੂੰ ਇਹ ਪਰਮਿਸ਼ਨ ਮਿਲ ਚੁੱਕੀ ਹੈ ਕਿ ਇੰਟਰਕਾਸਟ ਮੈਰਿਜਸ ਹੋ ਸਕਦੀਆਂ ਨੇਗੀਆਂ। ਇਸ ਤੋਂ ਇਲਾਵਾ ਜਿਹੜੇ ਸਾਨੂੰ ਸਾਡੇ ਫੰਡਾਮੈਂਟਲ ਰਾਈਟ ਹੈਗੇ ਨੇ, ਸਿਵਲ ਰਾਈਟਸ ਜਿਹੜੇ ਹੈਗੇ ਨੇ, ਉਹ ਟ੍ਰੈਡੀਸ਼ਨਲ ਟਾਈਮ ਤੇ ਸਿਰਫ ਬ੍ਰਾਹਮਣ ਕਾਸਟ ਦੇ ਲੋਕਾਂ ਨੂੰ ਹੀ ਮਿਲੇ ਹੁੰਦੇ ਸੀਗੇ। ਹੁਣ ਇਹ ਸਾਰਾ ਚੇਂਜ ਹੋ ਗਿਆ, ਹਰ ਕਾਸਟ ਦੇ ਲੋਕਾਂ ਨੂੰ ਇਕੁਅਲ ਰਾਈਟ ਮਿਲੇ ਹੋਏ ਨੇ, ਹਰ ਨੂੰ ਫਰੀडम ਹੈਗੀ ਆ, ਹਰ ਕਿਸੇ ਦੇ ਆਪਣੇ ਫੰਡਾਮੈਂਟਲ ਰਾਈਟ ਹੈਗੇ ਨੇ, ਸਿਵਲ ਰਾਈਟਸ ਸਭ ਨੂੰ ਮਿਲੇ ਹੋਏ ਨੇ। ਇਸ ਤਰ੍ਹਾਂ ਇਹ ਵੀ ਚੇਂਜ ਹੋਇਆ ਕਿ ਜੋ ਟ੍ਰੈਡੀਸ਼ਨਲ ਟਾਈਮ ਤੇ ਕੰਡੀਸ਼ਨਸ ਲੱਗੀਆਂ ਹੁੰਦੀਆਂ ਸੀਗੀਆਂ, ਸੋਸ਼ਲ ਰਿਸਟ੍ਰਿਕਸ਼ਨ ਸੀਗੀਆਂ, ਉਹ ਖਤਮ ਹੋ ਗਈਆਂ। ਪਹਿਲਾਂ ਅਸੀਂ ਦੇਖਦੇ ਸੀਗੇ ਜਿਹੜੀ ਇੰਡੀਅਨ ਸੋਸਾਇਟੀ ਹੈਗੀ ਆ, ਕਾਸਟ ਸਿਸਟਮ ਜਿਹੜੀ ਹੈਗੀ ਆ ਉਸਨੂੰ ਸੈਗਮੈਂਟਲ ਡਿਵੀਜ਼ਨ ਦੇ ਵਿੱਚ ਡਿਵਾਈਡ ਕਰ ਦਿੰਦਾ, ਜਿਹੜੀ ਕਿ ਹੈਰਾਰਕੀਅਲ ਸਿਸਟਮ ਦੇ ਵਿੱਚ ਜਿਸ ਦੇ ਵਿੱਚ ਇੱਕ ਹੈਰਾਰਕੀਅਲ ਸਿਸਟਮ ਹੁੰਦਾ ਹੈ। ਡਿਫਰੈਂਟ ਹੈਰਾਰਕੀ ਦੇ ਵਿੱਚ ਹੀ ਜਿਹੜਾ ਹੈਗਾ ਹਰ ਕਿਸੇ ਕਾਸਟ ਦਾ ਆਪਣਾ ਆਪਣਾ ਰੈਂਕ ਆ, ਉਹ ਫਿਕਸ ਹੁੰਦਾ ਸੀ। ਕੋਈ ਵੀ ਕਾਸਟ ਜਿਹੜੀ ਹੈਗੀ ਆਪਣਾ ਰੈਂਕ ਬਦਲ ਨਹੀਂ ਸਕਦੀ ਸੀ। ਇਹ ਨਹੀਂ ਹੋ ਸਕਦਾ ਸੀਗਾ ਕਿ ਸ਼ੂਦਰ ਜਿਹੜੇ ਹੈਗੇ ਨੇ ਉਹ ਕਹਿਣ ਕਿ ਉਹ ਪਹਿਲੇ ਨੰਬਰ ਤੇ ਨੇ। ਕਾਸਟ ਸਿਸਟਮ ਦੀ ਜਿਹੜੀ ਇੱਕ ਹੈਰਾਰਕੀ ਹੈ, ਜਿਵੇਂ ਬ੍ਰਾਹਮਣ ਪਹਿਲੇ ਨੰਬਰ ਤੇ, ਦੂਜੇ ਨੰਬਰ ਤੇ ਖੱਤਰੀ, ਤੀਜੇ ਨੰਬਰ ਤੇ ਵੈਸ਼ ਤੇ ਚੌਥੇ ਨੰਬਰ ਤੇ ਸ਼ੂਦਰ। ਉੱਥੇ ਇਹ ਨਹੀਂ ਕਹਿ ਸਕਦਾ ਸੀਗਾ ਸ਼ੂਦਰ ਕਿ ਉਹ ਪਹਿਲੇ ਨੰਬਰ ਤੇ ਆ, ਠੀਕ ਹੈ, ਉਹਦਾ ਰੈਂਕ ਫਸਟ ਹੈਗਾ। ਇੱਥੇ ਜਿਹੜਾ
ਹੁਣ ਸਾਡਾ ਜਿਹੜਾ ਇਸ ਤਰ੍ਹਾਂ ਦਾ ਕੰਸੈਪਟ ਵੀ ਖਤਮ ਹੋ ਗਿਆ। ਸੰਸਕ੍ਰਿਤਾਈਜੇਸ਼ਨ ਤੇ ਵੈਸਟਰਨਾਈਜੇਸ਼ਨ ਦਾ ਜਿਹੜਾ ਕੰਸੈਪਟ ਆਉਣ ਦੇ ਨਾਲ ਕੀ ਹੋਇਆ ਕਿ ਜਿਹੜੇ ਲੋਕ ਹੈਗੇ ਨੇ ਉਹ ਆਪਣਾ ਸਟੇਟਸ ਜਿਹੜਾ ਹੈਗਾ ਬਦਲ ਸਕਦੇ ਨੇ। ਕੋਈ ਵੀ ਪਰਸਨ ਆਪਣੇ ਲਿਵਿੰਗ ਸਟੈਂਡਰਡ ਚੇਂਜ ਕਰਕੇ, ਐਜੂਕੇਸ਼ਨ ਲੈ ਕੇ ਜਿਹੜਾ ਹੈਗਾ ਆਪਣਾ ਸਕ੍ਰਾਈਬਡ ਸਟੇਟਸ ਹੁੰਦਾ ਸੀਗਾ ਉਸਨੂੰ, ਉਹ ਉਸਨੂੰ ਜਿਹੜਾ ਹੈਗਾ ਚੇਂਜ ਕਰ ਸਕਦਾ ਹੈ। ਇਸ ਤੋਂ ਇਲਾਵਾ ਜਦੋਂ ਅਸੀਂ ਟ੍ਰੈਡੀਸ਼ਨਲ ਟਾਈਮ ਦੀ ਕਾਸਟ ਸਿਸਟਮ ਦੀ ਗੱਲ ਕਰਦੇ ਹਾਂ ਤਾਂ ਉੱਥੇ ਕਾਸਟ ਪੰਚਾਇਤ ਦਾ ਕੰਸੈਪਟ ਹੁੰਦਾ ਸੀਗਾ। ਹਰ ਕਾਸਟ ਦੇ ਲੋਕਾਂ ਦੀ ਆਪਣੀ ਕਾਸਟ ਪੰਚਾਇਤ ਹੁੰਦੀ ਸੀ, ਉਸਦੇ ਰੂਲਸ ਰੈਗੂਲੇਸ਼ਨਸ ਹੁੰਦੇ ਸੀਗੇ। ਕਾਸਟ ਪੰਚਾਇਤ ਦੇ ਜਿਹੜੇ ਮੈਂਬਰ ਹੁੰਦੇ ਸੀਗੇ ਉਹ ਹਰ ਤਰ੍ਹਾਂ ਦੀ ਜੁਡੀਸ਼ਰੀ ਜਿਹੜੇ ਹੈਗੇ ਆ ਦੀ ਤਰ੍ਹਾਂ ਕੰਮ ਕਰਦੇ ਸੀਗੇ। ਲੋਕਾਂ ਨੂੰ ਜਿਹੜਾ ਜਸਟਿਸ ਦੇਣ ਦਾ ਕੰਮ ਉਹ ਕਾਸਟ ਪੰਚਾਇਤ ਦੇ ਜਿਹੜੇ ਮੈਂਬਰ ਹੁੰਦੇ ਸੀ ਉਹਨਾਂ ਦੁਆਰਾ ਕੀਤਾ ਜਾਂਦਾ ਸੀਗਾ। ਹੁਣ ਇਹ ਕੰਸੈਪਟ ਖਤਮ ਹੋ ਰਿਹਾ ਹੈ। ਮੈਕਸਿਮਮ ਅਸੀਂ ਦੇਖਦੇ ਹਾਂ ਕਿ ਕਾਸਟ ਪੰਚਾਇਤ ਸਾਨੂੰ ਨਹੀਂ ਕਿਤੇ ਦੇਖਣ ਨੂੰ ਮਿਲਦੀਆਂ। ਕੁਛ ਏਰੀਆ ਹੈਗੇ ਨੇ ਜਿੱਥੇ ਕਾਸਟ ਪੰਚਾਇਤ ਅੱਜ ਵੀ ਹੈਗੀ ਹੈ, ਪਰ ਹੁਣ ਜਿਹੜਾ ਹੈਗਾ ਇਹ ਸਾਰਾ ਕੰਸੈਪਟ ਖਤਮ ਹੁੰਦਾ ਜਾ ਰਿਹਾ ਹੈ। ਇਸ ਤੋਂ ਇਲਾਵਾ ਜਿਹੜੇ ਕਾਸਟ ਸੀਗੇ, ਸਭ ਤੋਂ ਲੋਅਰ ਕਾਸਟ ਅਸੀਂ ਕਹਿੰਦੇ ਸੀਗੇ, ਅਨਟੱਚੇਬਲਸ ਕਹਿੰਦੇ ਸੀਗੇ, ਕੌਨਸਟੀਟਿਊਸ਼ਨ ਦੇ ਵਿੱਚ ਵੀ ਉਹਨਾਂ ਨੂੰ ਵੀ ਸਪੈਸ਼ਲ ਰਿਜ਼ਰਵੇਸ਼ਨ, ਸਪੈਸ਼ਲ ਰਾਈਟ ਦੇ ਕੇ ਉਹਨਾਂ ਦਾ ਜਿਹੜਾ ਫਰਕ ਕੀਤਾ ਜਾਂਦਾ ਸੀਗਾ ਉਹ ਹੁਣ ਜਿਹੜਾ ਹੈਗਾ ਸੋਸਾਇਟੀ ਦੇ ਵਿੱਚ ਖਤਮ ਹੋ ਗਿਆ। ਸਾਰਿਆਂ ਨੂੰ ਇਕੁਅਲ ਰਾਈਟ ਮਿਲ ਗਏ ਨੇ, ਚਾਹੇ ਉਹ ਕਿਸੇ ਵੀ ਕਾਸਟ ਦਾ ਜਾਂ ਕਿਸੇ ਵੀ ਰਿਲੀਜਨ ਦਾ ਪਰਸਨ ਹੈਗਾ। ਹਾਂਜੀ, ਇਹ ਤਾਂ ਸੀਗੇ ਜਿਹੜੇ ਫੀਚਰਸ ਦੇ ਵਿੱਚ ਚੇਂਜ ਹੋਇਆ। ਕਿਹੜੇ ਜਿਹੜੇ ਟ੍ਰੈਡੀਸ਼ਨਲ ਟਾਈਮ ਤੇ ਫੀਚਰ ਸੀਗੀਆਂ, ਹੁਣ ਕਾਸਟ ਸਿਸਟਮ ਦੀਆਂ ਮਾਡਰਨ ਟਾਈਮ ਤੇ ਫੀਚਰ ਜਿਹੜੀਆਂ ਹੈਗੇ ਨੇ ਕੁਛ ਹੋਰ ਨਹੀਂ ਗਿਆ। ਜਦੋਂ ਅਸੀਂ ਦੇਖਦੇ ਹਾਂ ਕਾਸਟ ਸਿਸਟਮ ਦਾ ਕੰਸੈਪਟ ਤਾਂ ਉਹ ਜਿਹੜੀਆਂ ਟ੍ਰੈਡੀਸ਼ਨਲ ਟਾਈਮ ਤੇ ਕਾਸਟ ਸਿਸਟਮ ਦੀਆਂ ਫੀਚਰਸ ਸਾਨੂੰ ਦੱਸੀਆਂ ਗਈਆਂ ਨੇ ਉਹ ਹੁਣ ਦੀ ਸੋਸਾਇਟੀ ਤੇ ਇੰਪਲੀਮੈਂਟ ਨਹੀਂ ਹੁੰਦੀਆਂ। ਇਸ ਤੋਂ ਇਲਾਵਾ ਕਾਸਟ ਦਾ ਜਿਹੜਾ ਰੋਲ ਸੀਗਾ ਸੋਸਾਇਟੀ ਦੇ ਵਿੱਚ, ਉਸ ਦੇ ਵਿੱਚ ਕੀ ਚੇਂਜ ਹੋਇਆ ਤੇ ਉਹ ਕਿਵੇਂ ਚੇਂਜ ਹੋਇਆ। ਹੁਣ ਜਿਹੜੇ ਕਾਸਟ ਸਿਸਟਮ ਦਾ ਕੰਸੈਪਟ ਖਤਮ ਹੁੰਦਾ ਜਾ ਰਿਹਾ, ਇਸਨੂੰ ਖਤਮ ਹੋਣ ਦੇ ਲਈ ਬਹੁਤ ਸਾਰੇ ਜਿਹੜੇ ਫੈਕਟਰ ਰਿਸਪੋਂਸੀਬਲ ਨੇ, ਜਿਸ ਦੇ ਵਿੱਚ ਪੋਲੀਟੀਕਲ ਸਿਸਟਮ ਦਾ ਜਿਹੜਾ ਰੋਲ ਹੈਗਾ ਉਸ ਦੇ ਨਾਲ ਵੀ ਜਿਹੜਾ ਕਾਸਟ ਸਿਸਟਮ ਦੇ ਵਿੱਚ ਕਾਫੀ ਚੇਂਜ ਹੋਈ ਹੈ। ਇਸ ਤੋਂ ਇਲਾਵਾ ਸੰਸਕ੍ਰਿਤਾਈਜੇਸ਼ਨ, ਵੈਸਟਰਨਾਈਜੇਸ਼ਨ ਆਉਣ ਦੇ ਨਾਲ ਕਾਸਟ ਸਿਸਟਮ ਦੇ ਵਿੱਚ ਬਹੁਤ ਜ਼ਿਆਦਾ ਚੇਂਜਸ ਹੋਈਆਂ ਨੇਗੀਆਂ। ਉਹਦੇ ਰੋਲ ਦੇ ਵਿੱਚ ਵੀ ਚੇਂਜ ਹੋਇਆ। ਸ਼ਡਿਊਲ ਕਾਸਟ ਤੇ ਬੈਕਵਰਡ ਕਾਸਟ ਦੇ ਜਿਹੜੇ ਲੋਕ ਹੈਗੇ ਨੇ ਉਹਨਾਂ ਨੂੰ ਸਪੈਸ਼ਲ ਜਿਹੜੇ ਰਾਈਟ ਮਿਲੇ ਨੇ, ਜਿਸ ਦੇ ਨਾਲ ਵੀ ਕਾਸਟ ਸਿਸਟਮ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਕਾਸਟ ਸਿਸਟਮ ਦਾ ਟ੍ਰੈਡੀਸ਼ਨਲ ਟਾਈਮ ਤੇ ਰੋਲ ਸੀਗਾ ਉਸ ਦੇ ਵਿੱਚ ਬਹੁਤ ਜ਼ਿਆਦਾ ਚੇਂਜਸ ਹੋ ਰਹੀਆਂ ਨੇਗੀਆਂ। ਜਿਹੜੀਆਂ ਸੋਸ਼ਲ ਰਿਲੀਜੀਅਸ ਰਿਫੋਰਮ ਮੂਵਮੈਂਟਸ ਚੱਲੀਆਂ ਉਸ ਦੇ ਨਾਲ ਵੀ ਜਿਹੜਾ ਕਾਸਟ ਸਿਸਟਮ ਦਾ ਜੋ ਟ੍ਰੈਡੀਸ਼ਨਲ ਟਾਈਮ ਤੇ ਰੋਲ ਸੀ ਉਹ ਖਤਮ ਹੋ ਗਿਆ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਜਿਹੜਾ ਕਾਸਟ ਸਿਸਟਮ ਦਾ ਜਿਹੜਾ ਰੋਲ ਸੀ ਸੋਸਾਇਟੀ ਦੇ ਵਿੱਚ, ਸੋਸਾਇਟੀ ਨੂੰ ਸੈਗਮੈਂਟਲ ਡਿਵੀਜ਼ਨ ਦੇ ਵਿੱਚ ਡਿਵਾਈਡ ਕਰਦੇ ਸੀਗੇ। ਇੱਕ ਪੋਲੀਟੀਕਲ ਪਾਵਰ ਹੁੰਦੀ ਸੀ ਕਾਸਟ ਦੇ ਕੋਲੇ, ਕਿਉਂਕਿ ਜ਼ਿਆਦਾ ਕਾਸਟ ਜਿਹੜੀ ਕਾਸਟ ਦੇ ਜ਼ਿਆਦਾ ਲੋਕ ਹੈਗੇ ਨੇ ਪੋਲੀਟੀਕਲੀ ਉਹ ਕਾਸਟ ਡੋਮੀਨੇਟ ਕਰਦੀ ਸੀ। ਹੁਣ ਇਸ ਤਰ੍ਹਾਂ ਦਾ ਕੰਸੈਪਟ ਨਹੀਂ ਹੈਗਾ। ਹੁਣ ਇਹ ਜਿਹੜਾ ਕੰਸੈਪਟ ਹੈ ਹੌਲੀ ਹੌਲੀ ਚੇਂਜ ਹੁੰਦਾ ਜਾ ਰਿਹਾ। ਡੈਮੋਕ੍ਰੇਸੀ ਆਉਣ ਦੇ ਨਾਲ ਕੌਨਸਟੀਟਿਊਸ਼ਨ ਦੇ ਵਿੱਚ ਸਾਨੂੰ ਫੰਡਾਮੈਂਟਲ ਤੇ ਸਪੈਸ਼ਲ ਜਿਹੜੇ ਸਾਡੇ ਰਾਈਟ ਮਿਲਣ ਦੇ ਨਾਲ ਕਾਸਟ ਸਿਸਟਮ ਦੇ ਕੰਸੈਪਟ ਦੇ ਵਿੱਚ ਇਹ ਬਹੁਤ ਜ਼ਿਆਦਾ ਜਿਹੜੇ ਚੇਂਜਸ ਹੋ ਚੁੱਕੀਆਂ ਨੇਗੀਆਂ। ਕਿਉਂਕਿ ਲੀਗਲ ਸਿਸਟਮ ਦੇ ਵਿੱਚ, ਕੌਨਸਟੀਟਿਊਸ਼ਨ ਦੇ ਵਿੱਚ ਸਾਨੂੰ ਜਿਹੜੇ ਹੈਗੇ ਨੇ ਫੰਡਾਮੈਂਟਲ ਰਾਈਟ ਦਿੱਤੇ ਗਏ ਨੇ, ਜਿਸ ਦੇ ਵਿੱਚੋਂ ਡਿਫਰੈਂਟ ਆਰਟੀਕਲਸ ਦੇ ਵਿੱਚ ਸਾਨੂੰ ਡਿਫਰੈਂਟ ਜਿਹੜੇ ਸਾਡੇ ਰਾਈਟ ਬਾਰੇ ਦੱਸਿਆ ਗਿਆ। ਮਾਡਰਨ ਐਜੂਕੇਸ਼ਨ ਆਉਣ ਦੇ ਨਾਲ, ਇੰਡਸਟਰੀਲਾਈਜੇਸ਼ਨ ਆਉਣ ਦੇ ਨਾਲ, ਅਰਬਨਾਈਜੇਸ਼ਨ ਆਉਣ ਦੇ ਨਾਲ, ਹੈ ਨਾ, ਵੈਸਟਰਨਾਈਜੇਸ਼ਨ ਆਉਣ ਦੇ ਨਾਲ ਜਿਹੜਾ ਕਾਸਟ ਸਿਸਟਮ ਦਾ ਰੋਲ ਸੀਗਾ ਉਹ ਵੀ ਖਤਮ ਹੁੰਦਾ ਜਾ ਰਿਹਾ। ਤੇ ਜੋ ਪਹਿਲਾਂ ਸੀ ਉਹ ਖਤਮ ਹੁੰਦਾ ਜਾ ਰਿਹਾ ਤੇ ਹੁਣ ਚੇਂਜ ਹੋ ਕੇ ਉਹਦੀਆਂ ਆਪਣੇ ਡਿਫਰੈਂਟ ਰੋਲ ਪਲੇ ਕਰ ਰਹੀ ਹੈ ਕਾਸਟ ਜਿਹੜੀ ਹੈਗੀ ਆ ਇੰਡੀਅਨ ਸੋਸਾਇਟੀ ਦੇ ਵਿੱਚ। ਇਸ ਤੋਂ ਇਲਾਵਾ ਜਿਹੜਾ ਮਾਡਰਨ ਟਰਾਂਸਪੋਰਟ ਦੇ ਸੋਰਸਿਸ ਆਏ ਨੇ, ਕਮਿਊਨੀਕੇਸ਼ਨ ਦੇ ਸੋਰਸਿਸ ਆਏ ਨੇ, ਇਸ ਦੇ ਨਾਲ ਵੀ ਜਿਹੜਾ ਹੈਗਾ ਕਾਸਟ ਸਿਸਟਮ ਦੇ ਵਿੱਚ ਕਾਫੀ ਜ਼ਿਆਦਾ ਚੇਂਜਸ ਹੋਈਆਂ ਨੇਗੀਆਂ। ਡੈਮੋਕ੍ਰੇਸੀ ਆਉਣ ਦੇ ਨਾਲ ਕਾਸਟ ਸਿਸਟਮ ਦਾ ਕੰਸੈਪਟ ਹੀ ਖਤਮ ਹੋ ਗਿਆ। ਸਭ ਨੂੰ ਇਕੁਅਲ ਰਾਈਟ ਮਿਲ ਗਏ ਨੇ।
ਹਾਂਜੀ ਇਹ ਤਾਂ ਸੀਗਾ ਕੁਛ ਜਿਹੜੇ ਮਾਡਰਨ ਟਾਈਮ ਦੇ ਕਾਸਟ ਸਿਸਟਮ ਦੇ ਵੀ ਚੇਂਜਸ ਹੋਈਆਂ ਨੇ ਗਿਆ। ਹਾਂਜੀ